ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁਰ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਕਿ ਡਿਪਟੀ ਪ੍ਰਾਈਮ ਮਿਨਿਸਟਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਦੌਰਾਨ ਜਿਹੜੇ ਬੈਨੀਫਿਟ ਲਿਆਂਦੇ ਗਏ ਸਨ ਉਹਨਾਂ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਸੋ ਸਵਾਲ ਮੇਰਾ ਇਹੀ ਹੈ ਕਿ ਹੁਣ ਸਰਕਾਰ ਵੱਲੋਂ ਇਸ ਦੇ ਬਦਲੇ ਦੇ ਵਿੱਚ ਕਿਹੜੇ ਕਦਮ ਚੁੱਕੇ ਜਾ ਰਹੇ ਨੇ, ਕਿਹੜੇ ਪ੍ਰੋਗਰਾਮ ਲਿਆਂਦੇ ਜਾਣਗੇ? ਬਿਲਕੁਲ ਜੀ, ਕਿਉਂਕਿ ਮੇਰੇ ਖਿਆਲ ਨਾਲ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ ਅਸੀਂ ਕਹਿ ਸਕਦੇ ਹਾਂ ਇਲੈਕਸ਼ਨ ਤੋਂ ਬਾਅਦ। ਹਾਲਾਂਕਿ ਬੀਤੇ ਦਿਨੀ ਜਿਹੜੀ ਉਹ ਗੱਲਬਾਤ ਹੋਈ ਸੀ ਲੀਡਰ ਦੌਰਾਨ, ਉਹਦੇ ਵਿੱਚ ਵੀ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਇਸ ਸੰਬੰਧੀ ਜਿਹੜੇ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਉਹ ਮੰਗ ਕੀਤੀ ਸੀ। ਅਸੀਂ ਅੱਗੇ ਜਾ ਕੇ ਉਹਦੀ ਚਰਚਾ ਵੀ ਕਰਾਂਗੇ। ਪਰ ਜੇਕਰ ਅਸੀਂ ਅੱਜ ਦੇਖੀਏ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕ੍ਰਿਸਟੀਆ ਫਰੀਲੈਂਡ ਜਿਹੜੇ ਡਿਪਟੀ PMB ਨੇ ਔਰ ਨਾਲ ਜਿਹੜੇ ਫਾਈਨੈਂਸ ਮਿਨਿਸਟਰ ਵੀ ਨੇ ਕੈਨੇਡਾ ਦੇ, ਉਹਨਾਂ ਵੱਲੋਂ ਅੱਜ ਕਨਫਰਮ ਕਰ ਦਿੱਤਾ ਗਿਆ ਕਿ ਜਿਹੜੀਆਂ ਕੁਝ ਸਕੀਮਾਂ ਚੱਲਦੀਆਂ ਆ ਰਹੀਆਂ ਸੀ, ਹਾਲਾਂਕਿ ਪਹਿਲਾਂ ਵੀ ਇਹਨੂੰ ਐਕਸਟੈਂਡ ਕੀਤਾ ਗਿਆ ਸੀ, ਜਿਹਦੇ ਤਹਿਤ ਬੈਨੀਫਿਟ ਮਿਲਦੇ ਸੀ ਜਿਨ੍ਹਾਂ ਦੀਆਂ ਨੌਕਰੀਆਂ ਗਈਆਂ, ਜਿਨ੍ਹਾਂ ਦੇ ਜਿਹੜੇ ਸਮਾਲ ਬਿਜ਼ਨਸ ਸੀ ਉਹ ਕਾਫੀ ਹਿੱਟ ਹੋਏ ਆ। ਹਾਲਾਂਕਿ ਉਹਨਾਂ ਨੂੰ ਰਿਪਲੇਸ ਕੀਤਾ ਗਿਆ ਕੁਝ ਨਵੇਂ ਪ੍ਰੋਗਰਾਮ ਦੇ ਤਹਿਤ, ਜਿਹਦੇ ਵਿੱਚ ਪਹਿਲਾ ਵਾਂਗ ਜਿਹੜੀ ਉਹ ਹੁਣ ਮਦਦ ਨਹੀਂ ਮਿਲੇਗੀ, ਉਹਦੇ ਪੈਮਾਨੇ ਵੀ ਕੁਝ ਵੱਖਰੇ ਹੋਣਗੇ। ਪਰ ਜਿਹੜੇ ਆ ਪਿਛਲੇ ਜਿਹੜੇ ਪ੍ਰੋਗਰਾਮ ਆ ਉਹ 23 ਅਕਤੂਬਰ ਨੂੰ ਜਿਹੜੇ ਉਹ ਖਤਮ ਹੋ ਰਹੇ ਆ, ਜਿਹਦੇ ਤਹਿਤ ਕਾਫੀ ਹੱਦ ਤੱਕ ਜਿਹੜੀ ਉਹ ਵਿੱਤੀ ਸਹਾਇਤਾ ਜਿਹੜੀ ਹੁਣ ਤੱਕ ਮਿਲਦੀ ਆ ਰਹੀ ਸੀ। ਜਿਹਦੇ ਪਿੱਛੇ ਕਾਰਨ ਇਹ ਦੱਸਿਆ ਕ੍ਰਿਸਟੀਆ ਫਰੀਲੈਂਡ ਨੇ ਕਿ ਜੋ ਕੁਝ ਸ਼ੁਰੂ ਹੋਇਆ ਸੀ ਮਾਰਚ 2020 ਵਿੱਚ, ਕਿਉਂਕਿ ਜਿਹੜਾ ਕੈਨੇਡਾ ਦੇ ਵਿੱਚ ਲੋਕਡਾਊਨ ਲੱਗਾ ਸੀ ਉਹ ਮਾਰਚ 2020 ਵਿੱਚ ਹੀ ਲੱਗਾ ਸੀ ਕਰੋਨਾ ਵਾਇਰਸ ਦੇ ਕਰਕੇ, ਜਦੋਂ ਆਮਦ ਹੋਈ ਸੀ ਕਰੋਨਾ ਵਾਇਰਸ ਦੀ। ਔਰ ਇਸ ਤੋਂ ਬਾਅਦ ਅਪ੍ਰੈਲ 2020 ਵਿੱਚ ਜਿਹੜਾ ਸੀ ਇਹ ਐਲਾਨ ਕੀਤੇ ਗਏ ਸੀ ਸਰਬ ਵਾਰੀਆਂ ਸਕੀਮਾਂ ਜਿਹੜੀਆਂ ਐਲਾਨੀਆਂ ਗਈਆਂ ਸੀ। $2,000 ਤੱਕ ਜਿਹੜਾ ਲੋਕਾਂ ਨੂੰ ਵਿੱਤੀ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੀ। ਔਰ ਇਹਦੇ ਵਿੱਚ ਜਿਹੜੇ ਕੋਈ ਵੀ ਵਰਕਰ ਸੀਗਾ, ਚਾਹੇ ਇੰਟਰਨੈਸ਼ਨਲ ਸਟੂਡੈਂਟ ਸੀ, ਚਾਹੇ ਵਰਕ ਪਰਮਿਟ ਹੋਲਡਰ ਸੀਗੇ, ਚਾਹੇ ਪਰਮਾਨੈਂਟ ਰੈਜ਼ੀਡੈਂਟ ਸੀ, ਚਾਹੇ ਸਿਟੀਜ਼ਨ ਸੀਗੇ, ਸਾਰਿਆਂ ਦੀ ਬਾਂਹ ਜਿਹੜੀ ਸੀ ਕੈਨੇਡਾ ਸਰਕਾਰ ਵੱਲੋਂ ਫੜੀ ਗਈ ਸੀ। ਦੁਨੀਆ ਭਰ ਦੇ ਵਿੱਚ ਇਹਦੀ ਸ਼ਲਾਘਾ ਵੀ ਹੋਈ ਸੀ, ਕਿਉਂਕਿ ਜਿਸ ਤਰੀਕੇ ਦੀਆਂ ਖਬਰਾਂ ਆਸਟ੍ਰੇਲੀਆ ਤੋਂ ਆਈਆਂ ਸੀਗੀਆਂ ਉਹਦੇ ਮੁਕਾਬਲੇ ਫਿਰ ਇੱਥੇ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ, ਖਾਸ ਕਰਕੇ ਉਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ। ਸੋ ਉਹਨਾਂ ਸਕੀਮਾਂ ਦਾ ਅਖੀਰ ਨੂੰ ਹੁਣ ਅੰਤ ਹੋਣ ਜਾ ਰਿਹਾ ਔਰ 23 ਅਕਤੂਬਰ ਨੂੰ, ਜੋ ਕਿ ਇਸੇ ਸ਼ਨੀਵਾਰ ਨੂੰ ਜਿਹੜੀ ਆ ਇਹ ਬੈਨੀਫਿਟ ਜਿਹੜੇ ਖਤਮ ਕਰ ਦਿੱਤੇ ਜਾਣਗੇ। ਇਹਦੇ ਥਾਂ ਤੇ ਕੁਝ ਨਵੇਂ ਜਿਹੜੇ ਪ੍ਰੋਗਰਾਮ ਆ ਉਹ ਰਿਪਲੇਸ ਕੀਤੇ ਗਏ ਨੇ, ਜਿਨ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਆ ਔਰ ਆਪਣੀ ਵੈਬਸਾਈਟ ਉੱਤੇ ਵੀ ਸਰਕਾਰ ਨੇ ਸਾਰੀ ਜਾਣਕਾਰੀ ਪਾ ਦਿੱਤੀ ਗਈ ਆ। ਸੋ ਉਹਦੇ ਤਹਿਤ ਜੇ ਕੋਈ ਹੁਣ ਹੋਵੇਗਾ ਜਿਹੜੇ ਕੈਨੇਡਾ ਰਿਕਵਰੀ ਬੈਨੀਫਿਟ ਜਿਹੜੇ ਲੈ ਰਹੇ ਸੀਗੇ, ਉਹਦੇ ਤਹਿਤ ਕੁਝ ਨਵੇਂ ਪ੍ਰੋਗਰਾਮ ਜਿਹੜੇ ਲਾਂਚ ਕਰ ਦਿੱਤੇ ਗਏ ਆ। ਸੋ ਵੱਖਰੇ ਵੱਖਰੇ ਪ੍ਰਤੀਕਰਮ ਜਿਹੜੇ ਆ ਆਮ ਲੋਕਾਂ ਵੱਲੋਂ ਵੀ ਆ ਰਹੇ ਆ, ਸਿਆਸਤਦਾਨਾਂ ਵੱਲੋਂ ਵੀ ਆ ਰਹੇ ਆ। ਪਰ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਸਰਕਾਰ ਨੇ ਇੱਕ ਵੱਡਾ ਜਿਹੜਾ ਵਾ ਉਹ ਕਦਮ ਚੁੱਕਿਆ, ਜਿਹਦਾ ਕਾਰਨ ਇਹ ਦੱਸਿਆ ਕ੍ਰਿਸਟੀਆ ਫਰੀਲੈਂਡ ਨੇ ਕਿ ਜਿਹੜੇ ਹਾਲਾਤ ਪਹਿਲਾਂ ਸੀਗੇ, ਜਿਹੜੀਆਂ ਨੌਕਰੀਆਂ ਸੀ ਉਨੀਆਂ ਹੁਣ ਉਹ ਰਿਕਵਰ ਹੋ ਚੁੱਕੀਆਂ ਨੇ। ਸੋ ਇਸ ਕਰਕੇ ਜਿਹੜਾ ਵਾ ਹੁਣ ਇਹ ਬੈਨੀਫਿਟ ਜਿਹੜੇ ਖਤਮ ਕੀਤੇ ਜਾ ਰਹੇ ਨੇ। ਜੀ ਮਨਦੀਪ ਜੀ, ਇਸ ਤੋਂ ਬਾਅਦ ਹੁਣ NDP ਲੀਡਰ ਜਗਮੀਤ ਸਿੰਘ ਦਾ ਇਸ ਬਾਰੇ ਕੀ ਕਹਿਣਾ ਹੈ ਜੋ ਸਰਕਾਰ ਵੱਲੋਂ ਅੱਜ ਐਲਾਨ ਕੀਤਾ ਗਿਆ? ਜੀ ਬਿਲਕੁਲ ਜੀ, ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕੱਲ ਹੀ ਹੱਲੇ ਜਿਹੜੇ ਕੁਝ ਲੀਡਰ ਜਿਹੜੇ ਉਹ ਮਿਲੇ ਸੀਗੇ। ਹਾਲਾਂਕਿ ਸਾਰੇ ਜਿਹੜੀਆਂ ਵਿਰੋਧੀ ਧਿਰਾਂ ਦੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਸਟਿਨ ਟਰੂਡੋ ਨੇ, ਔਰ ਕੱਲ ਜਿਹੜੀ ਗੱਲਬਾਤ ਹੋਈ ਸੀ ਉਹਦੇ ਵਿੱਚ ਜਗਮੀਤ ਸਿੰਘ ਹੁਣਾਂ ਨੇ ਹੱਲੇ ਕੱਲ ਹੀ ਮੰਗ ਕੀਤੀ ਸੀ ਕਿ ਜਿਹੜੇ ਇਹ ਬੈਨੀਫਿਟ ਆ ਹੱਲੇ ਇਹਨਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਆ, ਇਹਨਾਂ ਨੂੰ ਐਕਸਟੈਂਡ ਕਰਨਾ ਚਾਹੀਦਾ ਆ। ਜਦਕਿ ਦੂਜੇ ਪਾਸੇ ਐਰਨ ਟੂਲ ਨੇ ਇਹਨਾਂ ਨੂੰ ਨਵੰਬਰ ਦੇ ਵਿੱਚ ਖਤਮ ਕਰਨ ਦੀ ਜਿਹੜੀ ਮੰਗ ਕੀਤੀ ਸੀਗੀ, ਪਰ ਇਹ ਸਰਕਾਰ ਤੁਰੰਤ ਜਿਹੜੀ ਬੰਦ ਕਰਨ ਜਾ ਰਹੀ ਆ। ਪਰ ਇਹਦੇ ਨਾਲ ਇਹ ਵੀ ਆ ਕਿ ਕੁਝ ਨਵੇਂ ਪ੍ਰੋਗਰਾਮ ਵੀ ਹਾਲਾਂਕਿ ਜਿਹੜੇ ਸ਼ੁਰੂ ਕੀਤੇ ਜਾ ਰਹੇ ਨੇ, ਹੁਣ ਉਹ ਕਿਸ ਤਰੀਕੇ ਨਾਲ ਕਿਹੜੇ ਲੋਕ ਉਹਦੇ ਅੰਦਰ ਆਉਣਗੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ। ਪਰ ਜਗਮੀਤ ਸਿੰਘ ਨੇ ਸਖਤ ਵਿਰੋਧ ਕੀਤਾ ਆ ਔਰ ਜਗਮੀਤ ਸਿੰਘ ਦੇ ਵਿਰੋਧ ਦੇ ਕਈ ਹੋਰ ਮਾਇਨੇ ਵੀ ਨਿਕਲ ਸਕਦੇ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲਿਬਰਲ ਸਰਕਾਰ ਨੂੰ ਇਹ ਜ਼ਰੂਰਤ ਪਵੇਗੀ ਕਿ ਹਾਊਸ ਆਫ ਕਾਮਨ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਜਿਹੜੀ ਆ ਉਹਨੂੰ NDP ਸਪੋਰਟ ਕਰੇ ਕਈ ਮੁੱਦਿਆਂ ਉੱਤੇ ਔਰ ਨੈਗੋਸ਼ੀਏਸ਼ਨ ਵੀ ਕਰਨੀ ਪਵੇਗੀ। ਔਰ ਪਹਿਲਾਂ ਵੀ ਜਗਮੀਤ ਸਿੰਘ ਜਿਹੜੇ ਆ ਉਹ ਇਲੈਕਸ਼ਨ ਦੇ ਵਿੱਚ ਲਗਾਤਾਰ ਇਹ ਪ੍ਰਚਾਰ ਕਰਦੇ ਰਹੇ ਨੇ, ਕਹਿੰਦੇ ਵੀ ਜਿਹੜੇ ਇਹ ਬੈਨੀਫਿਟ ਮਿਲਣੇ ਸੀ, ਜਿਹੜਾ $2,000 ਵਾਲਾ ਫੈਸਲਾ ਖਾਸ ਕਰਕੇ ਹੋਇਆ ਸੀ, ਕਿਉਂਕਿ $2,000 ਮਿਲਦਾ ਰਿਹਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਕੋਵਿਡ ਕਰਕੇ ਨੌਕਰੀ ਗਈ ਆ, ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਇਹ ਮਿਲਿਆ। ਸ਼ੁਰੂ ਵਿੱਚ ਤਾਂ ਸਰਕਾਰ ਨੇ ਇਹ ਵੀ ਨਹੀਂ ਦੇਖਿਆ ਕਿ ਕੋਈ ਐਲੀਜੀਬਲ ਹੈ ਨਹੀਂ, ਜਿਹਨੇ ਵੀ ਅਪਲਾਈ ਕੀਤਾ ਉਹਨੂੰ ਇਹ ਦੇ ਦਿੱਤਾ ਗਿਆ। ਬਾਅਦ 'ਚ ਫਿਰ ਸਰਕਾਰ ਨੇ ਹੌਲੀ ਹੌਲੀ ਇਹ ਵੀ ਐਲਾਨ ਕੀਤਾ ਕਿ ਜਿਹੜੇ ਐਲੀਜੀਬਲ ਨਹੀਂ ਸੀਗੇ
ਜੇਕਰ ਉਹਨਾਂ ਨੇ ਇਹ ਫਾਇਦੇ ਲਿਆ ਤਾਂ ਉਹਨਾਂ ਤੋਂ ਇਹ ਅਸੀਂ ਫਿਰ ਵਾਪਸ ਵੀ ਲਵਾਂਗੇ ਤੇ ਨਾਲ ਜੁਰਮਾਨਾ ਵੀ ਲਾਵਾਂਗੇ। ਹੋਰ ਵੀ ਜਿਹੜੇ ਸੀ ਕੁਝ ਐਲਾਨ ਕੀਤੇ ਗਏ ਸੀ, ਬਹੁਤ ਸਾਰੇ ਲੋਕਾਂ ਨੇ ਵਾਪਸ ਵੀ ਕੀਤੇ, ਪਰ ਜਿਹੜਾ 2000 ਵਾਲਾ ਇਹ ਅੰਕੜਾ ਸੀ ਤੈਅ ਕੀਤਾ ਗਿਆ, ਇਹ 'ਚ ਜਗਮੀਤ ਸਿੰਘ ਹੁਣਾਂ ਨੇ ਇਹ ਦਾਅਵਾ ਕੀਤਾ, ਕਹਿੰਦੇ ਵੀ ਲਿਬਰਲ ਸਰਕਾਰ ਤਾਂ ਸਿਰਫ $1000 ਪਰ ਮਹੀਨਾ ਦੇਣ ਜਾ ਰਹੀ ਸੀ, ਅਸੀਂ ਉਹਨਾਂ ਉੱਤੇ ਪ੍ਰੈਸ਼ਰ ਪਾਇਆ ਤੇ ਇਹਨੂੰ ਜਿਹੜਾ ਸੀ $2000 ਕਰਵਾਇਆ। ਸੋ ਹੁਣ ਜਦੋਂ ਇਹ ਸਾਰਾ ਕੁਝ ਖਤਮ ਹੋ ਰਿਹਾ ਤਾਂ ਜਗਮੀਤ ਸਿੰਘ ਨੇ ਇਹਦਾ ਸਖਤ ਵਿਰੋਧ ਕੀਤਾ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਹੱਲੇ ਕੋਨੇ ਇਹੋ ਜਿਹੇ ਨੇ, ਖਾਸ ਕਰਕੇ ਉਹਨਾਂ ਨੇ ਅਲਬਰਟਾ ਦਾ ਜ਼ਿਕਰ ਕੀਤਾ ਔਰ ਕੁਝ ਹੋਰ ਥਾਵਾਂ ਦਾ ਨਾਮ ਲਿਆ ਜਿੱਥੇ ਚੌਥੀ ਵੇਵ ਜਿਹੜੀ ਆ ਬਹੁਤ ਹਿੱਟ ਕਰ ਰਹੀ ਆ। ਔਰ ਇਸ ਮੌਕੇ ਉਹਨਾਂ ਨੇ ਇਹ ਵੀ ਇੱਕ ਦਾਅਵਾ ਕੀਤਾ ਕਿ ਜਸਟਿਨ ਟਰੂਡੋ ਜਿਹੜੇ ਉਹ ਇਹ ਕਹਿ ਰਹੇ ਸੀ ਕਿ ਚੋਣਾਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ, ਜਸਟਿਨ ਟਰੂਡੋ ਨੇ, ਕਿ ਚੋਣਾਂ ਤੋਂ ਬਾਅਦ ਇੱਕ ਵਾਰੀ ਫੇਰ ਜਿਹੜੇ ਕੋਵਿਡ ਨਾਲ ਪ੍ਰਭਾਵਿਤ ਲੋਕ ਆ ਉਹਨਾਂ ਦੀ ਸਰਕਾਰ ਬਾਂਹ ਫੜੇਗੀ। ਸੋ ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਆਪਣਾ ਵਾਅਦਾ ਜਿਹੜਾ ਆ ਉਹ ਤੋੜਿਆ ਵਾ, ਆਪਣਾ ਪ੍ਰੋਮਿਸ ਬ੍ਰੇਕ ਕੀਤਾ ਲੋਕਾਂ ਨਾਲ, ਇਹ ਜਿਹੜੇ ਬੈਨੀਫਿਟਸ ਜਿਹੜੇ ਆ ਇਹ ਖਤਮ ਕਰਕੇ। ਸੋ ਇਸ ਤਰੀਕੇ ਨਾਲ ਤਿੱਖੀ ਨੁਕਤਾਚੀਨੀ ਜਿਹੜੀ ਉਹ ਜਗਮੀਤ ਸਿੰਘ ਹੁਣਾਂ ਵੱਲੋਂ ਕੀਤੀ ਗਈ ਆ। ਸੋ ਦੇਖਦੇ ਆ ਕਿ ਹੁਣ ਆਉਣ ਦਿਨਾਂ ਵਿੱਚ ਸਿਆਸਤ ਕਿਸ ਤਰੀਕੇ ਨਾਲ ਭਖਦੀ ਆ, ਕਿ ਜਦੋਂ ਨੈਗੋਸ਼ੀਏਸ਼ਨ ਦੀ ਗੱਲ ਹੋਵੇਗੀ, ਪਾਰਲੀਮੈਂਟ ਦੇ ਵਿੱਚ ਸਪੋਰਟ ਲੈਣ ਦੀ ਗੱਲ ਹੋਵੇਗੀ, ਕਿ ਉਦੋਂ ਹੁਣ ਇਸ ਮੁੱਦੇ ਨੂੰ ਜਿਹੜਾ ਵਾ ਉਹ ਜਗਮੀਤ ਸਿੰਘ ਉੱਥੇ ਲਿਬਰਲ ਸਰਕਾਰ ਅੱਗੇ ਰੱਖਦੇ ਆ, ਸਰਕਾਰ ਕੋ ਮਨਵਾ ਕੇ ਸਪੋਰਟ ਦਿੰਦੇ ਆ ਜਾਂ ਫਿਰ ਹੋਰ ਕਿਸੇ ਮੁੱਦੇ ਉੱਤੇ ਨੈਗੋਸ਼ੀਏਸ਼ਨ ਕਰਦੇ ਆ। ਸੋ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਬਹੁਤ ਦਿਲਚਸਪ ਰਹੇਗਾ। ਜੀ ਮਨਦੀਪ ਜੀ, ਇਸ ਦੇ ਨਾਲ ਹੀ ਸਰਕਾਰ ਵੱਲੋਂ ਅੱਜ ਇੱਕ ਹੋਰ ਵੱਡਾ ਵੀ ਐਲਾਨ ਕਰ ਦਿੱਤਾ ਗਿਆ। ਕਾਫੀ ਦੇਰ ਤੋਂ ਇਸ ਨੂੰ ਲੈ ਕੇ ਚਰਚਾ ਹੋ ਰਹੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਅਕਸਰ ਹੀ ਆਪਣੇ ਕੈਂਪੇਨ ਦੌਰਾਨ, ਚੋਣ ਕੈਂਪੇਨ ਦੇ ਵਿੱਚ ਜ਼ਿਕਰ ਕਰਦੇ ਨਜ਼ਰ ਆਏ ਕਿ ਉਹਨਾਂ ਵੱਲੋਂ ਵੈਕਸੀਨ ਪਾਸਪੋਰਟ ਸਿਸਟਮ ਲਿਆਂਦਾ ਜਾਵੇਗਾ ਤੇ ਇਸ ਬਾਰੇ ਹੁਣ ਐਲਾਨ ਕਰ ਦਿੱਤਾ ਗਿਆ। ਇੱਥੇ ਜਾਣਕਾਰੀ ਤੁਹਾਡੇ ਤੋਂ ਇਹ ਹਾਸਿਲ ਕਰਨਾ ਚਾਹਾਂਗੇ ਕਿ ਕਿਸ ਤਰ੍ਹਾਂ ਇਹ ਕੰਮ ਕਰੇਗਾ, ਇਸ ਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਿਲ ਹੋਣਗੀਆਂ, ਕੀ ਖਾਸ ਹੋਵੇਗਾ ਇਸ ਦੇ ਵਿੱਚ? ਬਿਲਕੁਲ ਜੀ, ਕਿਉਂਕਿ ਨੈਸ਼ਨਲ ਵੈਕਸੀਨ ਪਾਸਪੋਰਟ ਦੀ ਜਾਂ ਪ੍ਰੂਫ ਆਫ ਵੈਕਸੀਨੇਸ਼ਨ ਦੀ ਜੋ ਵੀ ਇਹਨੂੰ ਨਾਮ ਦੇ ਲਈ ਉਹਦੀ ਮੰਗ ਕੀਤੀ ਜਾ ਰਹੀ ਸੀ ਔਰ ਖਾਸ ਤੌਰ ਤੇ ਜਸਟਿਨ ਟਰੂਡੋ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਕਿ ਉਹ ਇਸ ਉੱਤੇ ਕੰਮ ਕਰ ਰਹੇ ਨੇ ਤੇ ਲੈ ਕੇ ਆਉਣਗੇ। ਸੋ ਉਹਦਾ ਐਲਾਨ ਅੱਜ ਕਰ ਦਿੱਤਾ ਗਿਆ। ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਵਾ ਇਹ ਜਾਰੀ ਕਰ ਦਿੱਤਾ ਗਿਆ ਫੈਡਰਲ ਸਰਕਾਰ ਵੱਲੋਂ ਔਰ ਇਹ ਕੋਈ ਬਹੁਤਾ ਵੱਖਰਾ ਨਹੀਂਗਾ ਜਿਹੜੇ ਹੁਣ ਤੱਕ ਜਿਹੜੇ ਸੂਬਿਆਂ ਵੱਲੋਂ ਜਾਰੀ ਕੀਤਾ ਗਿਆ ਵਾ। ਪਰ ਇੰਨਾ ਜ਼ਰੂਰ ਹੈ ਕਿ ਹੁਣ ਜੇਕਰ ਕੋਈ ਵੀ ਵਿਅਕਤੀ ਕਿਸੇ ਹੋਰ ਪ੍ਰਵਿਸ ਦੇ ਵਿੱਚ ਜਾਂਦਾ, ਮੰਨ ਲਓ ਕੋਈ BC ਵਿੱਚੋਂ ontario 'ਚ ਜਾਂਦਾ, ontario ਤੋਂ ਕੋਈ BC 'ਚ ਆਉਂਦਾ ਜਾਂ ਕਿਊਬਕ 'ਚ ਜਾਂਦਾ ਆ, ਤਾਂ ਉੱਥੇ ਹੁਣ ਇੱਕੋ ਹੀ ਪ੍ਰੂਫ ਆਫ ਵੈਕਸੀਨੇਸ਼ਨ ਨਾਲ ਜਿਹੜਾ ਵਾ ਉਹ ਕੰਮ ਤੁਹਾਡਾ ਚੱਲ ਜਾਏਗਾ। ਪਰ ਇਹਦੇ ਨਾਲ ਇਹ ਹੈ ਕਿ ਤੁਹਾਨੂੰ ਆਪਣੀ ਇੱਕ ਫੋਟੋ ID ਵੀ ਨਾਲ ਰੱਖਣੀ ਪਵੇਗੀ, ਕਿਉਂਕਿ ਇਹਦੇ ਉੱਤੇ ਕੋਈ ਫੋਟੋ ਨਹੀਂ ਲੱਗੀ ਆ। ਇਹਦੇ ਉੱਤੇ ਜਾਣਕਾਰੀ ਜਿਹੜੀ ਉਹੀ ਹੋਵੇਗੀ ਜਿਹੜੀ ਖਾਸ ਤੌਰ ਤੇ ਪ੍ਰੋਵਿੰਸਸ ਦੇ ਵਿੱਚ ਹੈਗੀ ਆ, ਕਿ ਇਹਦੇ ਵਿੱਚ ਤੁਹਾਡੇ ਕਦੋਂ ਤੇ ਕਿਹੜੀ ਕੰਪਨੀ ਦਾ ਟੀਕਾ ਜਿਹੜਾ ਲੱਗਾ ਆ, ਕਿਹੜੀ ਕੰਪਨੀ ਦੀ ਕੋਵਿਡ ਵੈਕਸੀਨ ਤੁਸੀਂ ਲਈ ਆ, ਉਹ ਸਾਰਾ ਕੁਝ ਉੱਤੇ ਰੱਖਿਆ ਜਾਵੇਗਾ। ਸੋ ਉਹਦੇ ਉੱਤੇ ਇੱਕ ਉਹੀ ਕੋਡ ਹੋਵੇਗਾ, ਉਹ ਕੋਡ ਜਿਹੜਾ ਵਾ ਰੀਡ ਕੀਤਾ ਜਾਵੇਗਾ। ਸੋ ਤੁਸੀਂ ਇਹਨੂੰ PDF ਫਾਈਲ ਦੇ ਤੌਰ ਤੇ ਆਪਣੇ ਮੋਬਾਈਲ ਦੇ ਵਿੱਚ ਵੀ ਰੱਖ ਸਕਦੇ ਹੋ, ਇਹਦੀ ਪ੍ਰਿੰਟ ਕਾਪੀ ਵੀ ਕੋਲ ਰੱਖ ਸਕਦੇ ਹੋ ਤੇ ਨਾਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਤੁਹਾਨੂੰ ਫੋਟੋ ID, ਚਾਹੇ ਤੁਹਾਡਾ ਕੋਈ ਡਰਾਈਵਿੰਗ ਲਾਇਸੈਂਸ ਆ, ਚਾਹੇ ਕੋਈ ਪਾਸਪੋਰਟ ਹੈ, ਕੁਝ ਵੀ ਜਿਹੜਾ ਤੁਸੀਂ ਨਾਲ ਦਿਖਾ ਸਕਦੇ ਹੋ। ਸੋ ਕੈਨੇਡਾ 'ਚ ਕਿਤੇ ਵੀ ਜਿਹੜਾ ਵਾ ਤੁਸੀਂ ਇਹ ਪ੍ਰੂਫ ਆਫ ਵੈਕਸੀਨੇਸ਼ਨ ਹੁਣ ਦਿਖਾ ਸਕਦੇ ਹੋ। ਇਹ ਨਹੀਂ ਹੋਵੇਗਾ ਕਿ ਕੋਈ BC ਦਾ ਵੈਕਸੀਨੇਸ਼ਨ ਪ੍ਰੂਫ ਆਫ ਵੈਕਸੀਨੇਸ਼ਨ ਦਾ ਸਰਟੀਫਿਕੇਟ ਆ, ontario ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਜਾਂ ਕਿਸੇ ਹੋਰ ਕੋਨੇ ਵਿੱਚ ਕੋਈ ਦਿੱਕਤ ਆ ਰਹੀ ਆ। ਸੋ ਬਹੁਤ ਸਾਰੇ ਸੂਬਿਆਂ ਵਿੱਚ ਇਹ ਆਲਰੇਡੀ ਅਵੇਲੇਬਲ ਵੀ ਹੋ ਗਿਆ ਵਾ, ਤੁਸੀਂ ਇਹਨੂੰ ਜਿਹੜਾ ਵਾ ਉਹ ਡਾਊਨਲੋਡ ਵੀ ਕਰ ਸਕਦੇ ਹੋ। ਪਰ BC ਵਿੱਚ ਹਲੇ ਤੱਕ ਇਹ ਜਿਹੜਾ ਅਵੇਲੇਬਲ ਨਹੀਂ ਹੋਇਆ, ਕੋਈ ਟਾਈਮਲਾਈਨ ਵੀ ਨਹੀਂ ਦਿੱਤੀ ਗਈ ਆ। ਸੋ ਇਸ ਤਰੀਕੇ ਨਾਲ ਜਿਹੜਾ ਵਾ ਇੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਨੈਸ਼ਨਲ ਪੱਧਰ ਉੱਤੇ ਇੱਕ ਪ੍ਰੂਫ ਆਫ ਵੈਕਸੀਨੇਸ਼ਨ ਜਾਂ ਵੈਕਸੀਨ ਪਾਸਪੋਰਟ ਜਿਹੜਾ ਵਾ ਲਾਗੂ ਹੋ ਗਿਆ। ਇੰਟਰਨੈਸ਼ਨਲ ਲੈਵਲ ਤੇ ਹੁਣ ਇਹਨੂੰ ਕਿਸ ਤਰੀਕੇ ਨਾਲ ਲਿਆ ਜਾਂਦਾ ਆ, ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਉਮੀਦ ਜਤਾਈ ਆ ਕਿ ਬਾਕੀ ਜਿਹੜੀਆਂ ਕੰਟਰੀਜ਼ ਆ, ਦੇਸ਼ ਆ, ਉਹ ਸਾਡੇ ਇਸ ਪ੍ਰੂਫ ਆਫ ਵੈਕਸੀਨੇਸ਼ਨ ਨੂੰ ਜਾਂ ਇਸ ਵੈਕਸੀਨ ਪਾਸਪੋਰਟ ਨੂੰ ਜਿਹੜਾ ਵਾ ਜ਼ਰੂਰ ਅਪਰੂਵ ਕਰਨਗੇ, ਇਹਨੂੰ ਮਾਨਤਾ ਦੇਣਗੇ। ਪਰ ਹੁਣ ਕਿਉਂਕਿ ਅੱਜ ਹੀ ਹਲੇ ਲਾਂਚ ਹੋਇਆ ਵਾ, ਸੋ ਦੇਖਦੇ ਹਾਂ ਕਿ ਇੱਥੇ ਕੀ ਪ੍ਰਤੀਕਰਮ ਆਉਂਦਾ ਆ ਔਰ ਕੈਨੇਡਾ ਦੀ ਭਰੋਸੇਯੋਗਤਾ ਉੱਤੇ ਕਿੰਨਾ ਭਰੋਸਾ ਕੀਤਾ ਜਾਂਦਾ ਹੈ। ਜੀ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਵੈਕਸੀਨ ਕਾਰਡ ਜਿਹੜਾ ਸੀ ਉਸ ਨੂੰ ਲਾਗੂ ਕੀਤਾ ਗਿਆ, ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਦੇ ਨਾਲ ਸੰਬੰਧਿਤ ਕਈ ਸ਼ਿਕਾਇਤਾਂ ਮਿਲੀਆਂ ਨੇ। ਸੋ ਕਿਹੜੀ ਜਾਣਕਾਰੀ ਇਸ ਦੇ ਨਾਲ ਸੰਬੰਧਿਤ ਹੁਣ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ? ਬਿਲਕੁਲ ਜੀ, ਕਿਉਂਕਿ BC ਵਿੱਚ ਹੁਣ ਇਹ ਤਾਂ ਹੋ ਚੁੱਕਾ ਹੈ ਕਿ ਘੱਟੋ ਘੱਟ ਤੁਹਾਨੂੰ ਜੇ ਤੁਸੀਂ ਅੱਜ ਕਿਸੇ ਰੈਸਟੋਰੈਂਟ 'ਤੇ ਜਾਂਦੇ ਹੋ ਜਾਂ ਕਿਤੇ ਜਾਂਦੇ ਹੋ ਜਿੱਥੇ ਵੀ ਇਹ ਸ਼ਰਤ ਲਾਈ ਗਈ ਹੈ ਕਿ ਤੁਹਾਡੇ ਕੋਲ ਉੱਥੇ ਪ੍ਰੂਫ ਆਫ ਵੈਕਸੀਨ ਹੋਣਾ ਜ਼ਰੂਰੀ ਆ, ਤਾਂ ਘੱਟੋ ਘੱਟ ਇੱਕ ਡੋਜ਼ ਤਾਂ ਤੁਹਾਡੇ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਅੱਜ ਜਾਂਦੇ ਹੋ। ਔਰ 26 ਅਕਤੂਬਰ ਤੋਂ ਬਾਅਦ ਤਾਂ ਇਹ ਫੁੱਲੀ ਵੈਕਸੀਨੇਟਡ ਵਾਲਾ ਹੋ ਜਾਵੇਗਾ।
ਸੋ ਹੁਣ ਬਹੁਤ ਸਾਰੇ ਥਾਵਾਂ ਤੋਂ ਜਿਹੜੀਆਂ ਸ਼ਿਕਾਇਤਾਂ, ਔਰ ਸ਼ਿਕਾਇਤਾਂ ਕਹਿੰਦੇ ਵੀ ਸੈਂਕੜਿਆਂ ਦੇ ਵਿੱਚ ਆਈਆਂ, ਕੁੱਲ 1266 ਸ਼ਿਕਾਇਤਾਂ ਇਸ ਤਰੀਕੇ ਦੀਆਂ ਆਈਆਂ ਜਿੱਥੇ ਉਲੰਘਣਾ ਹੋਈ ਆ। ਲੋਕਾਂ ਨੇ ਕੋਸ਼ਿਸ਼ ਕੀਤੀ, ਉਹਨਾਂ ਦੇ ਵੈਕਸੀਨ ਨਹੀਂ ਲੱਗੀ ਸੀ, ਸ਼ਰਤ ਪੂਰੀ ਨਹੀਂ ਕਰਦੇ ਸੀ, ਪਰ ਉੱਥੇ ਉਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸੋ ਬਹੁਤ ਸਾਰੀਆਂ ਸ਼ਿਕਾਇਤਾਂ ਉੱਥੇ ਆਈਆਂ। ਸੋ ਉਹਦੇ ਵਿੱਚੋਂ ਹੁਣ ਕੁਝ ਕੁ ਟਿਕਟਾਂ ਜਿਹੜੀਆਂ ਵਾ ਤਕਰੀਬਨ 20 ਦੇ ਕਰੀਬ, ਸ਼ਾਇਦ 18 ਟਿਕਟਾਂ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ। ਸੋ ਜੁਰਮਾਨੇ ਲੱਗਣੇ ਜੀ ਸ਼ੁਰੂ ਹੋ ਗਏ ਆ ਹੁਣ 26 ਤੋਂ ਬਾਅਦ ਲੱਗਦਾ ਹੈ ਕਿ ਕੰਮ ਥੋੜਾ ਜ਼ਿਆਦਾ ਤੇਜ਼ੀ ਨਾਲ ਹੋਵੇਗਾ। 18 ਤਾਂ ਜਾਰੀ ਕਰ ਦਿੱਤੇ ਗਏ ਨੇ, ਪਰ ਜਿਹੜੀਆਂ ਸ਼ਿਕਾਇਤਾਂ ਆਈਆਂ ਨੇ ਇਹਦੇ ਵਿੱਚੋਂ ਹੱਲੇ 500-600 ਉੱਤੇ ਤਾਂ ਹੱਲੇ ਜਿਹੜਾ ਵਾ ਉਹ ਵਿਚਾਰ ਚੱਲ ਰਿਹਾ ਕਿ ਕਿਸ ਤਰੀਕੇ ਨਾਲ ਸ਼ਿਕਾਇਤਾਂ ਨੇ। ਬਹੁਤ ਸਾਰੇ ਵਾਰਨਿੰਗ ਨੋਟਿਸ ਵੀ ਜਿਹੜੇ ਉਹ ਜਾਰੀ ਕੀਤੇ ਗਏ ਆ, ਪਰ ਕੁਝ ਲੋਕਾਂ ਨੂੰ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਨੇ, ਭਾਵ ਕਿ ਜੁਰਮਾਨੇ ਲਾਏ ਗਏ ਨੇ। ਔਰ ਆਉਣ ਵਾਲੇ ਸਮੇਂ 'ਚ ਇਹ ਕੰਮ ਸਾਨੂੰ ਵੱਡੇ ਪੱਧਰ ਤੇ ਵੀ ਦਿਖਾਈ ਦੇ ਸਕਦਾ, ਪੂਰੇ ਕੈਨੇਡਾ 'ਚ ਦਿਖਾਈ ਦੇ ਸਕਦਾ ਜਿਹੜੇ ਇਹ ਜੁਰਮਾਨੇ ਜਾਰੀ ਕੀਤੇ ਗਏ ਨੇ। ਜੀ ਮਨਦੀਪ ਜੀ, ਕੈਨੇਡਾ ਦੇ ਵਿੱਚ ਹੁਣ ਗੱਲ ਹੋ ਰਹੀ ਹੈ ਕਿ ਜਲਦ ਬੱਚਿਆਂ ਦੇ ਵਾਸਤੇ ਜਿਹੜੀ ਵੈਕਸੀਨ ਹੈ ਫਾਈਜ਼ਰ ਦੀ, ਉਸ ਨੂੰ ਮਨਜ਼ੂਰ ਕੀਤਾ ਜਾ ਸਕਦਾ ਹੈ। ਇਸ ਦਾ ਜ਼ਿਕਰ ਅੱਜ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਵੀ ਕੀਤਾ ਗਿਆ। ਕੀ ਕਹਿਣਾ ਇਸ ਬਾਰੇ ਪ੍ਰਧਾਨ ਮੰਤਰੀ ਸਾਹਿਬ ਦਾ, ਉਹਨਾਂ ਵੱਲੋਂ ਕਿਹੜੇ ਵਿਚਾਰ ਸਾਂਝੇ ਕੀਤੇ ਗਏ ਨੇ? ਬਿਲਕੁਲ, ਜਿਵੇਂ ਆਪਾਂ ਦਰਸ਼ਕਾਂ ਨੂੰ ਕੁਝ ਦਿਨ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਫਾਈਜ਼ਰ ਨੇ ਜਿਹੜੀ ਉਹ ਪ੍ਰਵਾਨਗੀ ਮੰਗੀ ਹੈ ਹੈਲਥ ਕੈਨੇਡਾ ਤੋਂ, ਔਰ ਉਹਨਾਂ ਨੇ ਆਪਣੇ ਜੋ ਵੀ ਟਰਾਇਲ ਹੋਏ ਉਹਦੇ ਵਿੱਚ ਔਰ ਜੋ ਵੀ ਉਹਦਾ ਡਾਟਾ ਆ ਉਹ ਸਾਰਾ ਸਬਮਿਟ ਕਰਵਾ ਦਿੱਤਾ ਗਿਆ, ਜਿਹਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 95% ਜਿਹੜਾ ਵਾ ਇਹ ਮਾਫ ਕਰਨਾ ਬੂਸਟਰ ਸ਼ਾਟ ਦੀ ਉਹ ਗੱਲ ਹੋ ਰਹੀ ਸੀ। ਇਹਦੇ ਵਿੱਚ ਜਿਹੜਾ ਡਾਟਾ ਸਾਰਾ ਆ ਉਹ ਸਾਹਮਣੇ ਕਰਵਾ ਦਿੱਤਾ ਗਿਆ ਵਾ। ਸੋ ਹੁਣ ਜੇਕਰ ਅਸੀਂ ਅਨੀਤਾ ਆਨੰਦ ਹੋਣਾ ਦੀ ਗੱਲ ਮੰਨੀਏ ਜੋ ਕਿ ਕੈਬਨਿਟ ਮਿਨਿਸਟਰ ਨੇ, ਉਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਜਿਵੇਂ ਹੀ ਅਪਰੂਵਲ ਮਿਲਦੀ ਆ ਹੈਲਥ ਕੈਨੇਡਾ ਤੋਂ ਤਾਂ 2.9 ਮਿਲੀਅਨ ਜਿਹੜੇ ਟੀਕੇ ਨੇ, ਡੋਸਸ ਨੇ, ਉਹ ਕਹਿੰਦੇ ਵੀ ਸਾਡੇ ਕੋਲ ਆ ਜਾਣਗੀਆਂ ਕੁਝ ਹੀ ਦਿਨਾਂ ਦੇ ਵਿੱਚ, ਜਦੋਂ ਹੀ ਇਹ ਜਿਹੜਾ ਵਾ ਸਾਰਾ ਕੁਝ ਅਪਰੂਵਲ ਹੋ ਜਾਵੇਗੀ। ਕਿਉਂਕਿ ਸਭ ਤੋਂ ਪਹਿਲਾਂ ਇਹ ਆ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਗੱਲ ਇੱਥੇ ਚੱਲ ਰਹੀ ਹੈ, ਕਿਉਂਕਿ 12 ਸਾਲ ਤੋਂ ਉੱਪਰ ਦੇ ਬੱਚਿਆਂ ਦੇ ਆਲਰੇਡੀ ਟੀਕੇ ਜਿਹੜੇ ਉਹ ਲੱਗ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਲੱਗ ਵੀ ਚੁੱਕੇ ਨੇ। ਔਰ ਜੇ ਅਸੀਂ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ, BC ਦੀ ਗੱਲ ਕਰੀਏ ਤਾਂ BC ਵੱਲੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੋਈ ਆ 5 ਤੋਂ 11 ਸਾਲ ਦੇ ਬੱਚਿਆਂ ਲਈ ਕਿ ਜਿਵੇਂ ਹੀ ਵੈਕਸੀਨ ਆਉਂਦੀ ਆ, ਅਪਰੂਵਲ ਮਿਲਦੀ ਹੈ ਤਾਂ ਤੁਸੀਂ ਟੀਕੇ ਲਵਾ ਸਕਦੇ ਹੋ। ਫਿਲਹਾਲ ਤੁਸੀਂ ਰਜਿਸਟਰ ਕਰਾ ਕੇ ਆਪਣੀ ਜਿਹੜੀ ਆ ਉਹ ਤਿਆਰੀ ਰੱਖੋ। ਅੰਟਾਰੀਓ ਵੱਲੋਂ ਵੀ ਜਿਹੜਾ ਪਲਾਨ ਹੈ ਰੋਲ ਆਊਟ ਕਰ ਦਿੱਤਾ ਗਿਆ। ਪਲਾਨ ਤਾਂ ਖੈਰ ਅਮਰੀਕਾ ਵਿੱਚ ਵੀ ਜਿਹੜਾ ਵਾ ਉੱਥੇ ਰੋਲ ਆਊਟ ਹੋ ਗਿਆ ਵਾ ਆਲਰੇਡੀ, ਪਰ ਹਾਲੇ ਉੱਥੇ ਵੀ ਅਪਰੂਵਲ ਨਹੀਂ ਮਿਲੀ ਆ। ਔਰ ਇਹ ਜਿਹੜਾ ਜਤਾਇਆ ਜਾ ਰਿਹਾ ਸੀ ਅੰਦਾਜ਼ਾ ਕਿ ਨਵੰਬਰ ਮਹੀਨਾ ਜਿਹੜਾ ਸ਼ੁਰੂ ਹੋਵੇਗਾ, ਉਹਦੇ ਸ਼ੁਰੂਆਤ ਦੇ ਵਿੱਚ ਜਿਹੜਾ ਵਾ ਸਾਰਾ ਕੁਝ ਹੋ ਸਕਦਾ ਹੈ। ਨਵੰਬਰ ਦੀ ਸ਼ੁਰੂਆਤ ਦੇ ਵਿੱਚ ਅਪਰੂਵਲ ਮਿਲ ਸਕਦੀ ਹੈ 5 ਤੋਂ 11 ਸਾਲ ਦੇ ਬੱਚਿਆਂ ਦੇ ਟੀਕੇ ਲੱਗਣ ਦੀ। ਔਰ ਇਸੇ ਤਰੀਕੇ ਨਾਲ ਜਿਹੜਾ ਵਾ ਹੁਣ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਰਹੇ ਆ, ਉਹਨਾਂ ਨੂੰ ਉਮੀਦ ਆ ਕਿ ਜਲਦ ਜਿਹੜੇ ਆ 5 ਤੋਂ ਲੈ ਕੇ 11 ਸਾਲ ਦੇ ਬੱਚਿਆਂ ਦੇ ਟੀਕੇ ਲੱਗਣਗੇ। ਔਰ ਅਨੀਤਾ ਆਨੰਦ ਹੁਣੀ ਕਹਿ ਰਹੇ ਆ ਕਿ 2.9 ਮਿਲੀਅਨ ਜਿਹੜੇ ਟੀਕੇ ਆ ਉਹ ਝਟਪਟ ਕੈਨੇਡਾ ਪਹੁੰਚ ਜਾਣਗੇ ਜਿਵੇਂ ਹੀ ਹੈਲਥ ਕੈਨੇਡਾ ਇਹਨੂੰ ਅਪਰੂਵਲ ਦਿੰਦੀ ਆ। ਸੋ ਇਸ ਤਰੀਕੇ ਨਾਲ ਇੱਕ ਤਰੀਕੇ ਦੀ ਉਮੀਦ ਵੀ ਜਤਾਈ ਗਈ ਹੈ ਤੇ ਨਾਲ ਇਹ ਜਾਣਕਾਰੀ ਵੀ ਦਿੱਤੀ ਗਈ ਹੈ। ਜੀ ਮਨਦੀਪ ਜੀ, ਅੱਜ ਦੀ ਬ੍ਰਿਟਿਸ਼ ਕੋਲੰਬੀਆ ਦੀ ਅਪਡੇਟ ਕੀ ਕਹਿੰਦੀ ਹੈ? ਕੀ ਇੱਥੇ ਸਥਿਤੀ ਬਣੀ ਹੋਈ ਹੈ? ਅੱਜ ਕਿੰਨੇ ਮਾਮਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਨੇ? ਜੀ ਬਿਲਕੁਲ, ਜੇਕਰ ਆਪਾਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਹਰ ਰੋਜ਼ ਜਿਹੜੀ ਆ ਉਹ ਅਪਡੇਟ ਜਾਰੀ ਕੀਤੀ ਜਾਂਦੀ ਆ। ਔਰ ਜੇਕਰ ਅਸੀਂ ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕੁੱਲ 715 ਜਿਹੜੇ ਆ ਉਹ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਹਮਣੇ ਆਏ ਆ। ਔਰ ਜੇਕਰ ਅਸੀਂ ਕੁੱਲ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ 'ਚ ਇਸ ਵਕਤ ਕੁੱਲ ਐਕਟਿਵ ਕੇਸ 4900 ਤੋਂ ਜਿਹੜੇ ਉਹ ਟੱਪ ਚੁੱਕੇ ਆ। ਔਰ 4965 ਜਿਹੜੇ ਇਸ ਵਕਤ ਐਕਟਿਵ ਕੇਸ ਜਿਹੜੇ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਕਤ ਮੌਜੂਦ ਨੇ ਕੋਵਿਡ-19 ਦੇ। ਔਰ ਜੇਕਰ ਅਸੀਂ ਰੀਜ਼ਨ ਵਾਈਜ਼ ਗੱਲ ਕਰੀਏ ਕਿ ਕਿੰਨੇ ਨਵੇਂ ਮਾਮਲੇ ਸਾਹਮਣੇ ਆਏ ਆ ਤੇ ਕਿੰਨੇ ਕੁੱਲ ਐਕਟਿਵ ਕੇਸ ਆ, ਉਹਦੀ ਜਾਣਕਾਰੀ ਵੀ ਜਿਹੜੀ ਜਾਰੀ ਕੀਤੀ ਗਈ ਆ। ਇਹਦੇ ਤਹਿਤ ਫਰੇਜ਼ਰ ਹੈਲਥ ਦੀ ਜੇਕਰ ਅਸੀਂ ਗੱਲ ਕਰੀਏ ਤਾਂ 285 ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਨੇ ਕੋਵਿਡ-19 ਦੇ। ਔਰ 1971 ਕੁੱਲ ਐਕਟਿਵ ਕੇਸ ਫਰੇਜ਼ਰ ਹੈਲਥ ਦੇ ਵਿੱਚ ਜਿਹੜੇ ਉਹ ਮੌਜੂਦ ਨੇ। 60 ਨਵੇਂ ਜਿਹੜੇ ਵੈਨਕੂਵਰ ਕੋਸਟਲ ਹੈਲਥ ਰੀਜਨ ਤੋਂ ਮਾਮਲੇ ਸਾਹਮਣੇ ਆਏ ਨੇ। ਔਰ 686 ਇੱਥੇ ਇਸ ਵਕਤ ਕੁੱਲ ਐਕਟਿਵ ਕੇਸ ਮੌਜੂਦ ਨੇ। ਇਹਦੇ ਨਾਲ ਹੀ ਜੇਕਰ ਅਸੀਂ ਇੰਟੀਰੀਅਰ ਹੈਲਥ ਰੀਜਨ ਦੀ ਗੱਲ ਕਰੀਏ ਤਾਂ 137 ਨਵੇਂ ਮਾਮਲੇ ਸਾਹਮਣੇ ਆਏ ਆ ਜੀ, ਤੇ 808 ਜਿਹੜੇ ਇੱਥੇ ਕੁੱਲ ਐਕਟਿਵ ਕੇਸ ਇਸ ਵਕਤ ਮੌਜੂਦ ਨੇ। ਉੱਥੇ ਹੀ 172 ਜਿਹੜੇ ਨਵੇਂ ਮਾਮਲੇ ਨਾਰਥਰਨ ਹੈਲਥ ਰੀਜਨ ਤੋਂ ਸਾਹਮਣੇ ਆਏ ਤਾਂ 937 ਜਿਹੜੇ ਇੱਥੇ ਕੁੱਲ ਐਕਟਿਵ ਕੇਸ ਜਿਹੜੇ ਉਹ ਮੌਜੂਦ ਨੇ। ਔਰ ਜੇਕਰ ਅਸੀਂ ਆਈਲੈਂਡ ਹੈਲਥ ਰੀਜਨ ਦੀ ਗੱਲ ਕਰੀਏ ਤਾਂ 61 ਨਵੇਂ ਮਾਮਲੇ ਜਿਹੜੇ ਉਹ ਸਾਹਮਣੇ ਆਏ ਨੇ ਤੇ 504 ਜਿਹੜੇ ਇੱਥੇ ਕੁੱਲ ਐਕਟਿਵ ਕੇਸ ਜਿਹੜੇ ਮੌਜੂਦ ਨੇ। ਤੇ ਪਿਛਲੇ 24 ਘੰਟੇ ਦੌਰਾਨ ਜਿਹੜੀਆਂ ਵਾ 4 ਮੌਤਾਂ ਹੋਈਆਂ ਨੇ। ਔਰ ਕੁੱਲ ਮਿਲਾ ਕੇ ਜੇਕਰ ਅਸੀਂ ਦੇਖੀਏ ਤਾਂ ਇਸ ਵਕਤ BC ਦੇ ਵਿੱਚ
2000 ਤੋਂ ਮੌਤਾਂ ਦਾ ਅੰਕੜਾ ਟੱਪਿਆ ਹੋਇਆ ਜੇਕਰ ਅਸੀਂ ਕੋਵਿਡ-19 ਨਾਲ ਗੱਲ ਕਰੀਏ। ਔਰ ਇਹਦੇ ਨਾਲ ਹੀ ਜਿਹੜੀ ਵੈਕਸੀਨ ਰੋਲ ਆਊਟ ਦੀ ਵੀ ਚਰਚਾ ਜਿਹੜੀ ਕੀਤੀ ਜਾ ਰਹੀ ਆ, ਉਹਦੇ ਵਿੱਚ ਅਸੀਂ ਦੱਸ ਦਈਏ ਵੀ ਜਿੰਨੇ ਵੀ ਹੁਣ ਤੱਕ ਐਲੀਜੀਬਲ ਨੇ ਉਹਦੇ ਵਿੱਚੋਂ 99.4% ਲੋਕਾਂ ਤੇ ਜਿਹੜਾ ਵਾ ਪਹਿਲਾ ਟੀਕਾ ਇੱਥੇ ਲੱਗ ਚੁੱਕਾ ਆ ਤੇ 83.8% ਲੋਕ ਜਿਹੜੇ ਆ ਉਹ ਦੂਜੀ ਡੋਜ਼ ਵੀ ਲੈ ਚੁੱਕੇ ਨੇ। ਜੀ ਮਨਦੀਪ ਜੀ, ਹੁਣ ਅਸੀਂ ਗੱਲ ਕਰ ਲੈਂਦੇ ਹਾਂ ਪਰਮੀਸ਼ ਵਰਮਾ ਤੇ ਗੁਨੀਤ ਗਰੇਵਾਲ ਦਾ ਜੋ ਵਿਆਹ ਹੋਇਆ। ਵਿਆਹ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਪਹਿਲਾਂ ਪੰਜਾਬੀ ਗਾਇਕ ਤਾਂ ਰੁੱਸਦੇ ਹੀ ਨੇ, ਪਰ ਬਾਅਦ ਦੇ ਵਿੱਚ ਗਵਾਂਢੀ ਵੀ ਰੁੱਸ ਗਏ। ਪੁਲਿਸ ਨੂੰ ਇਸ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਨੇ, ਸੋ ਕੀ ਹੈ ਪੂਰਾ ਮਾਮਲਾ? ਬਿਲਕੁਲ ਜੀ, ਪਰਮੀਸ਼ ਵਰਮਾ ਕੈਨੇਡਾ ਦੀਆਂ ਚੋਣਾਂ ਤੋਂ ਲੈ ਕੇ ਜਿਹੜਾ ਵਾ ਇਸ ਰਿਸ਼ਤੇ ਨੂੰ ਲੈ ਕੇ ਚਰਚਾ ਵਿੱਚ ਸੀਗੇ। ਸ਼ੁਰੂਆਤ ਉਦੋਂ ਹੋਈ ਸੀਗੀ ਜਦੋਂ ਪਰਮੀਸ਼ ਵਰਮਾ ਦੀ ਵਾਲ ਤੋਂ ਉਹਨਾਂ ਦੇ ਇੰਸਟਾਗ੍ਰਾਮ ਤੋਂ ਪਤਾ ਲੱਗਾ ਕਿ ਜਿਹੜੇ ਗੀਤ ਗਰੇਵਾਲ ਨੇ, ਜਿਨ੍ਹਾਂ ਨੂੰ ਗੁਨੀਤ ਗਰੇਵਾਲ ਵੀ ਜਿਹੜਾ ਉਹਨਾਂ ਨਾਮ ਹੈ ਉਹਨਾਂ ਦਾ, ਕਿ ਉਹਨਾਂ ਨੂੰ ਜਿਹੜਾ ਲਿਬਰਲ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਚੁਣਿਆ ਗਿਆ ਵਾ ਇੱਥੇ ਮਿਸ਼ਨ ਜਿਹੜਾ ਹਲਕਾ ਆ। ਔਰ ਹਾਲਾਂਕਿ ਉਸ ਤੋਂ ਬਾਅਦ ਬਹੁਤਾ ਕੋਈ ਚੰਗਾ ਸ਼ੁਰੂਆਤ ਉਹਨਾਂ ਦੀ ਨਹੀਂ ਰਹੀ, ਰਾਜਨੀਤੀ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਉਸ ਤੋਂ ਬਾਅਦ ਜਿਹੜਾ ਸੀ ਫਿਰ ਇੱਕ ਦਿਨ ਅਚਾਨਕ ਫਿਰ ਕੁਝ ਤਸਵੀਰਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਜਿਸ ਤੋਂ ਪਤਾ ਲੱਗਾ ਕਿ ਵਿਆਹ ਹੋਣ ਜਾ ਰਿਹਾ। ਔਰ ਸਭ ਤੋਂ ਪਹਿਲਾਂ ਜਿਹੜਾ ਸ਼ਗਨ ਸੀ ਉਹ ਸ਼ੈਰੀ ਮਾਨ ਨੇ ਕੀਤਾ, ਜਿਹਦਾ ਪਰਮੀਸ਼ ਵਰਮਾ ਹੋਣਾ ਨੇ ਧੰਨਵਾਦ ਵੀ ਕੀਤਾ ਵੀ ਇਸ ਤਰੀਕੇ ਨਾਲ ਜਿਹੜਾ ਵਾ ਸਾਨੂੰ ਵਿਆਹ ਦਾ ਤੋਹਫਾ ਦੇਣ ਲਈ ਧੰਨਵਾਦ, ਕਿਉਂਕਿ ਕੋਈ ਬਹੁਤਾ ਵਧੀਆ ਤਰੀਕਾ ਜਿਹੜਾ ਉਹ ਸ਼ੈਰੀ ਮਾਨ ਹੋਣਾ ਦਾ ਨਹੀਂ ਸੀਗਾ। ਪਰ ਇਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਵਿਆਹ ਤੋਂ ਅਗਲੇ ਦਿਨ ਜਿਹੜਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ, ਕੁਝ ਜਿਹੜੇ ਇੱਥੋਂ ਦੇ ਅੰਗਰੇਜ਼ੀ ਦੇ ਅਖਬਾਰ ਨੇ, ਮੇਨ ਸਟ੍ਰੀਮ ਮੀਡੀਆ ਦੇ ਕੁਝ ਲੋਕਲ ਅਖਬਾਰ ਨੇ, ਉਹਨਾਂ ਵੱਲੋਂ ਵੀ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਹੜਾ ਵਿਆਹ ਦਾ ਈਵੈਂਟ ਸਰੀ ਦੇ ਵਿੱਚ ਹੋਇਆ, ਜਿਵੇਂ ਤੁਸੀਂ ਵੀ ਜਾਣਕਾਰੀ ਦਿੱਤੀ ਸੀ, ਇੱਥੇ 192 ਤੇ 78 192 ਸਟਰੀਟ ਤੇ 78 ਐਵਨਿਊ ਦੇ ਲਾਗੇ ਜਿਹੜਾ ਸੀ ਇਹ ਸਮਾਗਮ ਹੋਇਆ ਪਰਮੀਸ਼ ਵਰਮਾ ਦੇ ਵਿਆਹ ਦਾ। ਔਰ ਜਿਹੜੇ ਗਵਾਂਢੀ ਸੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਰਾਤ 2 ਵਜੇ ਤੱਕ ਜਿਹੜਾ ਸੀ ਉੱਥੇ ਡੀਜੇ ਵੱਜਦਾ ਰਿਹਾ ਔਰ ਉਹਦੀ ਆਵਾਜ਼ ਇੰਨੀ ਉੱਚੀ ਸੀ ਕਿ 15 ਬਲਾਕ ਦੂਰ ਤੱਕ ਜਿਹੜੀ ਉਹਦੀ ਆਵਾਜ਼ ਜਿਹੜੀ ਸੀ ਉਹ ਜਾ ਰਹੀ ਸੀ। ਕਹਿੰਦੇ ਫਿਰ ਜੇ ਡੀਜੇ ਬੰਦ ਹੋਇਆ ਤਾਂ ਉਸ ਤੋਂ ਬਾਅਦ ਚੌਪਰ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਪਰਮੀਸ਼ ਵਰਮਾ ਹੋਣਾ ਵੱਲੋਂ ਕੋਈ ਬਹੁਤਾ ਓਪਨ ਈਵੈਂਟ ਨਹੀਂ ਕੀਤਾ ਗਿਆ ਸੀ, ਉਹਨਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਅਤੇ ਜਿਹੜੇ ਦੋਸਤ ਸੀ ਉਹੀ ਇਹਦੇ ਵਿੱਚ ਸ਼ਾਮਲ ਸੀਗੇ। ਔਰ ਉਹ 'ਚ ਸਖਤੀ ਕਿੰਨੀ ਸੀਗੀ ਉਹ ਅਸੀਂ ਸ਼ੈਰੀ ਮਾਨ ਹੋਣਾ ਦੇ ਲਾਈਵ ਤੋਂ ਸਾਨੂੰ ਪਤਾ ਲੱਗਦਾ ਆ। ਸੋ ਤਕਰੀਬਨ ਜਿਹੜੀਆਂ ਜੋ ਜਾਣਕਾਰੀ ਮਿਲੀ ਸੀ ਕਿ RCMP ਨੂੰ ਕਾਫੀ ਕਾਲਸ ਗਈਆਂ ਕਿਉਂਕਿ ਜਿਹੜੇ ਗਵਾਂਢੀ ਸੀ, ਕਿਉਂਕਿ ਅਸੀਂ ਦੇਖੀਏ ਤਾਂ ਤੁਸੀਂ ਬਹੁਤੀ ਦੇਰ ਤੱਕ ਜਿਹੜਾ ਵਾ ਉਹ ਡੀਜੇ ਜਿਹੜਾ ਉਹ ਨਹੀਂ ਚਲਾ ਸਕਦੇ, ਉਹ ਵੀ ਖਾਸ ਕਰਕੇ ਜਿਹੜਾ ਵਰਕਿੰਗ ਡੇਜ਼ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਕਾਨੂੰਨ ਨੇ। ਸੋ ਇਸ ਤਰੀਕੇ ਨਾਲ ਜਿਹੜਾ ਸੀ ਰਾਤ 2 ਵਜੇ ਤੱਕ ਜਦੋਂ ਡੀਜੇ ਚੱਲਿਆ ਤਾਂ ਉਦੋਂ ਗਵਾਂਢੀਆਂ ਨੇ ਕਾਫੀ ਸ਼ਿਕਾਇਤਾਂ ਕੀਤੀਆਂ ਔਰ ਪੁਲਿਸ ਕੋਲ ਕਹਿੰਦੇ ਆ ਵੀ 40 ਤੋਂ ਵੱਧ ਜਿਹੜੀਆਂ ਕੰਪਲੇਂਟਾਂ ਗਈਆਂ ਨੇ। ਸੋ ਇਸ ਸੰਬੰਧੀ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਸਿਟੀ ਦੇ ਬਾਈਲਾਅ ਦੇ ਅਧਿਕਾਰੀ ਆ ਉਹ ਇਸ ਸੰਬੰਧੀ ਜਿਹੜੀ ਉਹ ਹੋਰ ਜਾਣਕਾਰੀ ਦੇਣਗੇ ਜਾਂ ਕਾਰਵਾਈ ਕਰਨਗੇ। ਪਰ ਜਿਹੜਾ ਵਾ ਕਾਫੀ ਚਰਚਾ ਦੇ ਵਿੱਚ ਪਰਮੀਸ਼ ਵਰਮਾ ਹੋਣਾ ਦਾ ਵਿਆਹ ਰਿਹਾ। ਸੋ ਸਮਾਗਮ ਇਹ ਸਰੀ ਵਿੱਚ ਹੋਇਆ ਸੀ, ਸੋ ਕਾਫੀ ਸ਼ਾਨੋ ਸ਼ੌਕਤ ਨਾਲ ਇਹ ਸੰਪੰਨ ਹੋਇਆ। ਜੀ ਮਨਦੀਪ ਜੀ, ਹੈਲੋਵੀਨ ਦਾ ਤਿਉਹਾਰ ਜਿਹੜਾ ਹੈ ਉਹ ਨੇੜੇ ਆ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰੋਵਿੰਸ ਦੇ ਵੱਲੋਂ ਵੀ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਸੋ ਕਿਸ ਤਰ੍ਹਾਂ ਇਸ ਵਾਰ ਕੈਨੇਡਾ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਵੇਗਾ, ਕੀ ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਕਿਉਂਕਿ ਇਸ ਕੋਵਿਡ ਦੇ ਦੌਰਾਨ ਜਿੰਨੇ ਵੀ ਤਿਉਹਾਰ ਸਾਹਮਣੇ ਆਏ ਆ ਉਹ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ। ਜੇਕਰ ਅਸੀਂ ਆਪਣੇ ਭਾਈਚਾਰੇ ਨਾਲ ਜੁੜੇ ਹੋਏ ਤਿਉਹਾਰਾਂ ਦੀ ਗੱਲ ਕਰ ਲਈਏ, ਖਾਸ ਕਰਕੇ ਜਿਹੜੇ ਨਗਰ ਕੀਰਤਨ ਨਿਕਲਦੇ ਹੁੰਦੇ ਸੀ ਵਿਸਾਖੀ ਦੇ ਮੌਕੇ, ਸਰੀ ਦੇ ਵਿੱਚ ਤਾਂ ਬਹੁਤ ਵੱਡਾ ਨਗਰ ਕੀਰਤਨ ਨਿਕਲਦਾ ਹੁੰਦਾ ਸੀ। ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਵਾ ਉਹ ਬਹੁਤ ਮਸ਼ਹੂਰ ਹੁੰਦਾ। ਔਰ ਭਾਰਤ ਤੋਂ ਬਾਹਰ, ਪੰਜਾਬ ਤੋਂ ਬਾਹਰ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਇੱਕ ਨਗਰ ਕੀਰਤਨ ਜਿਹੜਾ ਉਹ ਇੱਥੇ ਸਰੀ ਵਿੱਚ ਨਿਕਲਦਾ ਆ। ਸੋ ਪਿਛਲੇ 2 ਸਾਲਾਂ ਤੋਂ ਉਹ ਨਹੀਂ ਨਿਕਲ ਸਕਿਆ, ਹੋਰ ਵੀ ਜਿਹੜੇ ਨਗਰ ਕੀਰਤਨ ਨੇ ਉਹ ਨਹੀਂ ਨਿਕਲ ਸਕੇ ਨੇ ਕੋਵਿਡ ਦਾ ਕਰਕੇ। ਸੋ ਹੋਰ ਵੀ ਭਾਈਚਾਰਿਆਂ ਦੇ ਜਿਹੜੇ ਤਿਉਹਾਰ ਨੇ ਉਹ ਪ੍ਰਭਾਵਿਤ ਹੋਏ ਨੇ। ਸੋ ਇਸੇ ਤਰੀਕੇ ਨਾਲ ਜਿਹੜਾ ਹੈਲੋਵੀਨ ਦਾ ਤਿਉਹਾਰ ਆ ਪਿਛਲੀ ਵਾਰ ਵੀ ਪ੍ਰਭਾਵਿਤ ਹੋਇਆ ਸੀ, ਇਸ ਵਾਰ ਵੀ ਜਿਹੜਾ ਵਾ ਪ੍ਰਭਾਵਿਤ ਹੋਣ ਦੇ ਸਾਰੇ ਆ। ਹਾਲਾਂਕਿ ਪਿਛਲੀ ਵਾਰ ਜਿੰਨੀਆਂ ਜਿਹੜੀਆਂ ਉਹ ਪਾਬੰਦੀਆਂ ਨਹੀਂ ਹੋਣਗੀਆਂ ਕਿਉਂਕਿ ਇਸ ਲੋਕਾਂ ਦੇ ਵੈਕਸੀਨ ਲੱਗੀ ਹੋਈ ਆ, ਕਾਫੀ ਹੱਦ ਤੱਕ ਲੋਕ ਸੁਰੱਖਿਅਤ ਨੇ। ਪਰ ਅਲਬਰਟਾ ਦੇ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਆ ਕਿਉਂਕਿ ਅੱਜ ਉੱਥੇ ਜਾਣਕਾਰੀ ਵੀ ਸਾਂਝੀ ਕੀਤੀ ਗਈ 770 ਨਵੇਂ ਮਾਮਲੇ ਉੱਥੇ ਕੋਵਿਡ ਦੇ ਸਾਹਮਣੇ ਆਏ ਨੇ ਔਰ ਚੌਥੀ ਵੇਵ ਉੱਥੇ ਕਾਫੀ ਰੰਗ ਦਿਖਾ ਰਹੀ ਆ। ਸੋ ਅਲਬਰਟਾ ਦੇ ਲੋਕਾਂ ਨੂੰ ਕਾਫੀ ਅਪੀਲ ਕੀਤੀ ਆ ਕਿ ਬਹੁਤ ਇਹਤਿਆਤ ਦੇ ਨਾਲ ਔਰ ਬਹੁਤ ਧਿਆਨ ਦੇ ਨਾਲ ਜਿਹੜਾ ਤਿਉਹਾਰ ਮਨਾਇਆ ਜਾਵੇ। ਜਿਵੇਂ ਪਿਛਲੇ ਦਿਨ ਹੀ ਥੈਂਕਸਗਿਵਿੰਗ ਮਨਾਇਆ ਗਿਆ ਸੀ ਤਾਂ ਕੈਨੇਡਾ ਦੇ ਸਿਹਤ ਮਾਹਰਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਦੇ ਵੈਕਸੀਨ ਲੱਗੀ ਆ ਜੇਕਰ ਤੁਸੀਂ ਉਹਨਾਂ ਨਾਲ ਇਹ ਤਿਉਹਾਰ ਮਨਾ ਰਹੇ ਹੋ ਤਾਂ ਠੀਕ ਆ, ਜੇਕਰ ਉਹਨਾਂ ਦੇ ਵੈਕਸੀਨ ਨਹੀਂ ਲੱਗੀ ਤਾਂ ਤੁਸੀਂ ਆਊਟਡੋਰ ਜਿਹੜਾ ਵਾ ਉਹ ਪਲਾਨ ਕਰੋ ਜਾਂ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਕਿਹਾ ਗਿਆ ਸੀ, ਹੋਰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਸੀ।
ਸੋ ਇਸੇ ਤਰੀਕੇ ਨਾਲ ਹੈਲੋਵੀਨ ਉੱਤੇ ਵੀ ਕੁਝ ਇਸੇ ਤਰੀਕੇ ਦੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਤੁਸੀਂ ਉਹਨਾਂ ਨਾਲ ਇਹ ਤਿਉਹਾਰ ਸਾਂਝਾ ਕਰ ਰਹੇ ਹੋ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਹੋਵੇਗੀ ਤਾਂ ਜਿਹੜਾ ਵਾ ਥੋੜਾ ਜਿਹਾ ਆਪਣਾ ਖਿਆਲ ਜ਼ਰੂਰ ਰੱਖੋ। ਔਰ ਨਾਲ ਜਿਹੜੀਆਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ, ਪਰ ਇਹ ਵੀ ਆ ਕਿ ਇਹ ਵੀ ਕਿਹਾ ਜਾ ਰਿਹਾ ਕਿ ਬਹੁਤ ਧਿਆਨ ਨਾਲ ਤੇ ਇhtiyਾਤ ਦੇ ਨਾਲ ਜਿਹੜਾ ਇਹ ਤਿਉਹਾਰ ਮਨਾਇਆ ਜਾਵੇ। ਜੀ ਬਿਲਕੁਲ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੈਨੇਡਾ ਦੀਆਂ तमाम ਖਬਰਾਂ ਦੀ ਕੀਤੀ ਹੈ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਹੋਈ ਹੈ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।